देश विदेश विच गुरु नानक नाम लेवा वीर जीओ भैन जीओ सज्जनों सतसंगियो आओ दसम पातशाह जी की दिती दात फतेह की सांझ करिए। वाहिगुरु जी का खालसा वाहिगुरु जी की फतेह। साखी दी विचार शुरू करन तो पहले टूक मात्र अपना परिचय देना संगनीक रहेगा। मैं कंवरजीत सिंह, उम्र 70 साल, लुधियाना पंजाब का वसनीक। पिता पुरखी घर विच गुरबाणी गुरसिੱਖੀ गुरमत का माहौल ते वातावरण होने करके पिछले 50-60 साल तो पहला साखी सुनन दा ते फिर साखी सुनान दा सिलसिला चलता रहा जो हुण तक जारी है। साखी दे विच इस नवीं साखी जिहदे विच नूं नां दिता गया है इंटरनेशनल साखी कंपीटिशन विच हिस्सा सेवा योगदान पाउण दा सिर्फ इक्को ही मनोरथ है कि गुरु साहब दी साखियां दे विचों जो सेध सिੱਖਿਆ ਗਿਆਨ सानू मिल सकता है वो संगत दे नाल फिर साझे कीते जा सकन। गुरु नानक जोत ने 10 जामियां विच मनुखी जामा धारण करके ते एक जामे नूं अपने शरीर ते हंडा के उन्हां घटनावां दे तो मिलण वाली सेध सिੱਖਿਆ ਦਾ एक सोमा बना दिता। साडे सारे इतिहास विच वो साखियां ने जिन्हां नूं गुरु साहब ने अपने शरीर ते हंडाया और हर सवाल दा जवाब किसी ना किसी रूप विच गुरु साहब दी जीवनी तो सानू मिल सकता है। शायद ही दुनिया दी कोई ऐसी होर धर्म होवे जिस विच इन्हां घटनावां दा विचार ते प्रगटावा ते उन्हां तो मिलन वाली सेध ते सिੱਖਿਆ नूं दिता होवे। गुरु नानक साहब दी जोत ने 10 जामियां विच जोत ओहा जुगत साई शाह काया फेर पलटीए। जोत गुरु नानक दी ही जल्दी रही ਜਿਹੜੇ ਇਹਨਾਂ ਨੇ 10 ਜਾਮਿਆਂ ਵਿੱਚ ਸਾਨੂੰ ਵੱਖਰੇ ਵੱਖਰੇ ਰਸਤਿਆਂ ਰਾਹੀਂ ਵੱਖਰੇ ਵੱਖਰੇ ਤਰੀਕਿਆਂ ਰਾਹੀਂ ਗੁਰਬਾਣੀ ਤੇ ਚੱਲਣ ਦੀ ਸੇਧ ਦਿੱਤੀ ਤੇ ਸਾਡੇ ਵਾਸਤੇ ਅੱਜ ਵੀ ਉਹ ਗੁਰੂ ਨਾਨਕ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਹਰ ਸਵਾਲ ਦੇ ਜਵਾਬ ਦੇਣ ਲਈ ਹਾਜ਼ਰ ਹੈ। ਸਾਖੀ ਭਾਈ ਮਨ ਜੀ ਦੀ ਤੁਹਾਡੇ ਨਾਲ विचार दोबारा सांझी करन दा मनोरथ कुछ वखरा है। साखी दे घटनावां ते डिटेल थोड़ी घट पर साखी दे विचों मिलन वालियां सेध सिੱਖਿਆ ਗਿਆन चानन मुनारे वांगू साडा मार्गदर्शक कर सकन उन्हां ते ज़्यादा है। इसे तरह संगत जी ਸਰੋਤਿਆਂ ਨੂੰ ਵੀ ਇਹੀ ਬੇਨਤੀ ਹੈ ਕਿ ਉਹ ਹਰ ਘਟਨਾਵਾਂ ਤੋਂ ਇਹ ਸੇਧ ਲੈਣ ਕਿ ਇੱਥੇ ਗੁਰੂ ਜੀ ਕੀ ਚਾਹ ਰਹੇ ਨੇ, ਸਾਨੂੰ ਕੀ ਸੁਨੇਹਾ ਦੇ ਰਹੇ ਨੇ, ਸਾਡੇ ਵਾਸਤੇ ਕੀ ਨਵੀਂ ਗਾਡੀ ਰਾਹ ਪਾ ਕੇ ਤੇ ਸਾਨੂੰ ਗੁਰਮਤਿ ਦੇ ਮਾਰਗ ਤੇ ਚਲਾਉਣਾ ਚਾਹੁੰਦੇ ਨੇ। ਇਸ ਲਈ ਸਾਖੀ ਦੀ ਘਟਨਾਵਾਂ ਥੋੜ੍ਹੀਆਂ ਘੱਟ ਰਹਿਣਗੀਆਂ, ਸੰਖੇਪ ਵਿੱਚ ਰਹਿਣਗੀਆਂ, ਸੇਧ ਸਿੱਖਿਆ ਤੇ ਐਮਫਸਿਸ ਫੋਕਸ ਜ਼ਿਆਦਾ ਰਹੇਗਾ। ਭਾਈ ਮਨ ਜੀ ਦਾ ਪਹਿਲਾ ਨਾਂ ਤੀਰਥਾ ਸੀ ਤੇ ਤੀਰਥਾ ਜੀ ਮੰਝ ਬਿਰਾਦਰੀ ਨਾਲ ਤਲਕ ਰੱਖਦੇ ਸੀ। ਉਹਨਾਂ ਦਾ ਪਿੰਡ ਦਾ ਨਾਂ ਵੀ ਮਾਈ ਕੰਗ ਸੀ। ਭਾਈ ਮੰਝ ਜੀ ਇੱਕ ਅਮੀਰ ਸ਼ਾਹੂਕਾਰ ਰਸੂਖਦਾਰ ਮੁਖੀ ਸਨ। ਪਿੰਡ ਦੇ ਸਖੀ ਸਰਵਰ
ਦੇ ਅਨੁਯਾਈ ਸੀ। ਸਖੀ ਸਰਵਰ ਦੀ ਉਸ ਪਿੰਡ ਦੇ ਵਿੱਚ ਬਹੁਤ ਮਾਨਤਾ ਸੀ। ਤੀਰਥਾ ਜੀ ਨੇ ਆਪਣੇ ਘਰ ਵਿੱਚ ਇੱਕ ਪੀਰਗਾਹ ਸਖੀ ਸਰਵਰ ਤੇ ਬਣਾਈ ਹੋਈ ਸੀ, ਜਿਸ ਦੀ ਪੂਜਾ ਕਰਨ ਲਈ ਬਾਕੀ ਵੀ ਸਖੀ ਸਰਵਰ ਉੱਥੇ ਆਉਂਦੇ ਸੀ। ਸੁਭਾਅ ਦੇ ਭਾਈ ਮੰਝ ਜੀ ਇੱਕ ਬਹੁਤ ਨਿਮਰਤਾ ਵਾਲੇ, ਮਿੱਠ ਬੋਲੜੇ, ਸਹਿਨਸ਼ੀਲਤਾ ਵਾਲੇ, ਦਿਆਲੂ ਪੁਰਸ਼ ਸੀ, ਜਿਹੜੇ ਹਰ ਵੇਲੇ ਲੋੜਵੰਦ ਦੀ ਮਦਦ ਕਰਨ ਨੂੰ ਮਨੋਂ ਤਿਆਰ ਰਹਿੰਦੇ ਸੀ। ਪ੍ਰਭੂ ਭਗਤੀ ਦੇ ਵਿੱਚ ਲੱਗੇ ਹੋਏ ਸੀ, ਪਰ ਫਿਰ ਵੀ ਮਨ ਵਿੱਚ ਅਧਿਆਤਮਕ ਉਡਾਰੀ ਦੀ ਬੜੀ ਬੇਬਲ ਤਾਂਘ ਸੀ। ਮੇਰਾ ਮਨ ਲੋਚਿਐ ਗੁਰਦਰਸ਼ਨ ਤਾਈ, ਵਿਲਪ ਕਰੈ ਚਾਤ੍ਰਿਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਗੁਰਦਰਸ਼ਨ ਦੇਖ ਪਿਆਰੇ ਜੀਓ। ਸੋ ਇਸ ਅਵਸਥਾ ਵਿੱਚ ਸੇਵਾ ਕਾਰਜ ਕਰ ਰਹੇ ਸੀ, ਪੀਰ ਦੀ ਪੂਜਾ ਕਰ ਰਹੇ ਸੀ, ਪਰ ਮਨ ਅਜੇ ਟਿਕਿਆ ਨਹੀਂ ਸੀ। ਇੱਕ ਦਿਨ ਸਵੇਰੇ ਸਵੇਰੇ ਭਾਈ ਤੀਰਥਾ ਜੀ ਦੇ ਕੰਨ ਵਿੱਚ ਇੱਕ ਆਵਾਜ਼ ਆਈ ਤੇ ਉਹਨਾਂ ਦਾ ਮਨ ਮੁਗਧ ਹੋ ਗਿਆ। ਉਹਨਾਂ ਆ ਕੇ ਦੇਖਿਆ ਇੱਕ ਸਿੱਖ ਕੁਝ ਬੋਲ ਰਿਹਾ ਹੈ ਤੇ ਉਹਨਾਂ ਨੇ ਰੋਕ ਕੇ ਪੁੱਛਿਆ, ਭਾਈ ਜੀ ਇਹ ਕੀ ਗਾ ਰਹੇ ਹੋ, ਇਹ ਕੀ ਬੋਲ ਰਹੇ ਹੋ, ਕੀ ਸੁਣਾ ਰਹੇ ਹੋ? ਤਾਂ ਉਸ ਸਿੰਘ ਨੇ ਬੜੇ ਪਿਆਰ ਨਾਲ ਭਿੱਜ ਕੇ ਉੱਤਰ ਦਿੱਤਾ, ਇਹ ਮੇਰੇ ਗੁਰੂ ਨਾਨਕ ਦੀ ਬਾਣੀ ਹੈ ਤੇ ਇਸ ਬਾਣੀ ਵਿੱਚ ਅੱਗੇ ਵੀ ਸੱਚ ਦੀ ਗੱਲ ਹੋਈ ਹੈ, ਹੁਣ ਵੀ ਸੱਚ ਦੀ ਗੱਲ ਹੋਏਗੀ ਤੇ ਆਉਣ ਵਾਲੇ ਸਮੇਂ ਵਿੱਚ ਵੀ ਹਮੇਸ਼ਾ ਸੱਚ ਦੀ ਹੀ ਗੱਲ ਹੋਏਗੀ। ਸੱਚ ਸੁਣਾਏ ਸੀ ਸੱਚ ਕੀ ਵੇਲਾ। ਤੇ ਸਿੰਘ ਕੋਲੋਂ ਪੁੱਛ ਕੇ ਇਹ ਪਤਾ ਲੱਗਾ ਕਿ ਗੁਰੂ ਨਾਨਕ ਦੀ ਬਾਣੀ ਵਿੱਚ ਗੁਰੂ ਨਾਨਕ ਦੀ ਪੰਜਵੀਂ ਜੋਤ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਬਿਰਾਜਮਾਨ ਹਨ ਤੇ ਅੰਮ੍ਰਿਤਸਰ ਦੇ ਵਿੱਚ ਸੇਵਾ ਕਾਰਜਾਂ ਵਿੱਚ ਲੱਗੇ ਹੋਏ ਹਨ। ਤੇ ਇਹ ਸੁਣ ਕੇ ਭਾਈ ਤੀਰਥਾ ਜੀ ਦਾ ਮਨ ਦਰਵਿਤ ਹੋ ਉੱਠਿਆ। ਉਹ ਜਿਸ ਗੁਰੂ ਦੀ ਬਾਣੀ ਇੰਨੀ ਮਿੱਠੀ ਹੈ, ਜਿਸ ਗੁਰੂ ਦੀ ਬਾਣੀ ਵਿੱਚ ਇਤਨੀ ਕਸ਼ਿਸ਼ ਹੈ, ਖਿੱਚ ਹੈ, ਉਸ ਗੁਰੂ ਦੇ ਦਰਸ਼ਨ ਵਿੱਚ ਕਿਤਨੇ ਪ੍ਰਭਾਵਸ਼ਾਲੀ ਹੋਣਗੇ। ਸੋ ਮਨ ਹਿਲ ਗਿਆ, ਮਨ ਆਪਣਾ ਆਸਰਾ ਲੱਭਣ ਲੱਗ ਗਿਆ। ਜਾ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਨ ਦਾ ਮਨ ਬਣਾਇਆ। ਇੱਕ ਵਾਰੀ ਭਾਈ ਮੰਝ ਜੀ ਜਦੋਂ ਅੰਮ੍ਰਿਤਸਰ ਦੇ ਵਿੱਚੋਂ ਲੰਘ ਰਹੇ ਸੀ ਤਾਂ ਉਹਨਾਂ ਦਾ ਚਿੱਤ ਕੀਤਾ ਕਿ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਜਾਣ। ਬੇਬਲ ਮਨ ਨੇ ਇੰਨੀ ਖਿੱਚ ਪਾਈ ਕਿ ਸਾਰਾ ਕਾਰਜ ਛੱਡ ਕੇ ਤੇ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਗੁਰੂ ਦਰਬਾਰ ਵਿੱਚ ਆ ਪਹੁੰਚੇ। ਗੁਰੂ ਦਰਬਾਰ ਵਿੱਚ ਉਹਨਾਂ ਨੇ ਦੇਖਿਆ ਬਹੁਤ ਵੱਡਾ ਇਕੱਠ, ਹਰ ਕਿਸਮ ਦੇ ਪਿਛੋਕੜ ਵਾਲੇ ਲੋਕ ਬਿਲਕੁਲ ਸ਼ਾਂਤ ਤੇ ਸਹਿਨਸ਼ੀਲਤਾ ਦੇ ਮਾਹੌਲ ਵਿੱਚ ਆਰਾਮ ਨਾਲ ਬੈਠੇ ਹੋਏ ਕੀਰਤਨ ਸੁਣ ਰਹੇ ਹਨ। ਜਦੋਂ ਕੀਰਤਨ ਦੀ ਧੁਨੀ ਭਾਈ ਤੀਰਥਾ ਜੀ ਦੇ ਕੰਨ ਵਿੱਚ ਪਈ ਤਾਂ ਉਹ ਮਨ ਮੁਗਧ ਹੋ ਗਏ। ਸਾਰੀ ਦੌੜ ਮੁੱਕ ਗਈ, ਸਾਰੀ ਜਿਹੜੀ ਤਾਂਘ ਮੁੱਕ ਗਈ। ਨਾਮ ਦੀ ਖੁਮਾਰੀ ਵਿੱਚ ਇੰਨੇ ਖੁੱਭ ਗਏ ਕਿ ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, बुद्ध की ना बुद्ध रही, मत में ना मत है। ते बबीहे वांगू तड़प के सिख नाल गुरु जी दे कोल हाज़र होए। जाके मत्था टेक उन्हां दे चरनां विच बैठ गए, अपना थां टिकाणा पता दसिया। गुरु जी नूं ਪਹਿਲੇ ਇਸ ਸਾਰੀ ਗੱਲ ਦਾ ਗਿਆਨ ਸੀ ਕਿ ਭਾਈ ਤੀਰਥਾ ਇੱਕ ਵੱਡੇ ਬਿਰਾਦਰੀ ਦਾ ਪ੍ਰਮੁੱਖ ਪ੍ਰਧਾਨ ਹੈ, ਅੱਛਾ ਰਸੂਖਦਾਰ ਹੈ, ਧਨ ਦੌਲਤ ਦੀ ਭਰਮਾਰ ਹੈ ਤੇ
ਵੈਸੇ ਪ੍ਰਭੂ ਪ੍ਰੇਮੀ ਹੈ। ਤਾਂ ਗੁਰੂ ਜੀ ਨੇ ਉਸ ਨੂੰ ਇੱਕ ਸੁਨੇਹਾ ਦਿੱਤਾ ਕਿ ਭਾਈ ਤੀਰਥਾ, ਤੂੰ ਇੱਕ ਐਨੇ ਵੱਡੇ ਬਰਾਦਰੀ ਦਾ ਪੈਰੋਕਾਰ ਹੈ, ਤੇਰਾ ਅਸਰ ਹੈ, ਰਸੂਖ ਹੈ, ਤੂੰ ਉਹਨਾਂ ਵਾਸਤੇ ਸੇਵਾ ਕਰਨ ਵੇਲੇ ਹਰ ਵੇਲੇ ਹਾਜ਼ਰ ਰਹਿੰਦਾ ਹੈ, ਤੂੰ ਉਸੇ ਆਪਣੇ ਕੰਮ ਲੱਗਾ ਰਹਿ। ਕਿਉਂਕਿ ਇਹ ਜਿਹੜਾ ਸਿੱਖੀ ਦਾ ਮਾਰਗ ਹੈ, ਇਹ ਨਿਮਰਤਾ ਦਾ ਮਾਰਗ ਹੈ, ਇਹ ਸਹਿਨਸ਼ੀਲਤਾ ਦਾ ਮਾਰਗ ਹੈ, ਇਹ ਤਿਆਗ ਦਾ ਮਾਰਗ ਹੈ, ਇਹ ਕੁਰਬਾਨੀ ਦਾ ਮਾਰਗ ਹੈ। ਤੇ ਇਸ ਲਈ ਤੂੰ ਆਪਣੇ ਕਾਰਜ ਵਿੱਚ ਲੱਗਾ ਰਹਿ। ਤੇ ਗੁਰੂ ਜੀ ਨੇ ਕਿਹਾ ਸਿੱਖੀ ਦਾ ਮਾਰਗ ਪਤਲੀ ਧਾਰ ਤੇ ਤੁਰਨ ਵਰਗਾ ਹੈ। ਵਾਟ ਹਮਾਰੀ ਖਰੀ ਉਡੀਣੀ, ਖਨਿਓ ਤਿੱਖੀ ਬਹੁਤ ਪੀਣੀ, ਤਿਸ ਉਪਰ ਹੈ ਮਾਰਗ ਮੇਰਾ, ਸ਼ੇਖ ਫਰੀਦਾ ਪੰਥ ਸਵਾਰ ਸਮੇਰਾ। ਤੇ ਤੁਸੀਂ ਜਦੋਂ ਭਾਈ ਮਨ ਜੀ ਨੇ ਕਿਸੇ ਗੱਲ ਦਾ ਕੋਈ ਧਿਆਨ ਨਹੀਂ ਕੀਤਾ ਤੇ ਚਰਨ ਪਕੜ ਕੇ ਕਹਿ ਦਿੱਤਾ ਕਿ ਸਾਈਂ ਜੀਓ ਹੁਣ ਸਿਰਫ ਨਾਮਦਾਨ ਦਿਓ, ਹੁਣ ਹੋਰ ਨਹੀਂ ਕੁਝ ਸੁਝਦਾ, ਹੋਰ ਨਹੀਂ ਕੁਝ ਸੁਣਦਾ, ਹੁਣ ਆਪਣੇ ਚਰਨਾਂ ਕਮਲਾਂ ਦੇ ਵਿੱਚ ਨਿਵਾਸ ਦਿਓ ਤੇ ਆਪਣਾ ਸਿੱਖ ਬਣਾ ਲਓ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਰਹਿਮਤ ਦੇ ਘਰ ਆਏ, ਬਖਸ਼ਿਸ਼ ਦੇ ਘਰ ਆਏ। ਉਹਨਾਂ ਨੇ ਆ ਕੇ ਭਾਈ ਮੰਝ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ, ਉਹਨੂੰ ਨਾਮਦਾਨ ਦੀ ਦਾਤ ਬਖਸ਼ੀ ਤੇ ਸਿੱਖੀ ਦੇ ਜਹਾਜ਼ ਦਾ ਮੁਸਾਫਰ ਬਣਾ ਤੋਰ ਲਿਆ। ਭਾਈ ਜੀ ਨੇ ਘਰ ਜਾਣ ਤੋਂ ਵੀ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਹੁਣ ਮੈਂ ਤੁਹਾਡੇ ਕੋਲ ਹੀ ਰਵਾਂਗਾ ਤੇ ਸੇਵਾ ਕਰਾਂਗਾ। ਪਰ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਕਿ ਭਾਈ ਮੰਝ, ਸਿੱਖੀ ਤੇ ਸਿੱਖੀ ਨਹੀਂ ਟਿਕਣੀ, ਇਸ ਲਈ ਇੱਕ ਵਾਰੀ ਘਰ ਜਾਓ ਤੇ ਆਪਣਾ ਸਿੱਖੀ ਦਾ ਪ੍ਰਚਾਰ ਸ਼ੁਰੂ ਕਰਨ ਦਾ ਹੀਲਾ ਵਸੀਲਾ ਰਸਤਾ ਬਣਾਓ। ਭਾਊ ਮੰਝ ਜੀ ਉਹਨਾਂ ਦਾ ਹੁਕਮ ਮੰਨ ਕੇ ਇੱਕ ਵਾਰੀ ਘਰ ਆਪਣੇ ਪਿੰਡ ਆਏ। ਆਉਂਦਿਆਂ ਹੀ ਉਹ ਪੀਰਗਾਹ ਸਖੀ ਸਰਵਰ ਦੀ ਦਰਗਾਹ ਨੂੰ ਢਾਹ ਦਿੱਤਾ। ਆਪਣੇ ਸੱਜਣ ਸੁਹੇਲਿਆਂ ਨੂੰ ਇਹ ਸੁਨੇਹਾ ਦੇ ਦਿੱਤਾ ਕਿ ਭਾਈ ਧਰਮ ਦਾ ਮਾਰਗ ਸਿੱਖੀ ਦਾ ਮਾਰਗ ਹੈ ਤੇ ਇਹ ਸੁੱਖ, ਇਹ ਖੁਸ਼ੀਆਂ, ਇਹ ਪ੍ਰਾਪਤੀਆਂ ਸਿਰਫ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਰਹਿਮਤ ਬਖਸ਼ਿਸ਼ ਸਦਕਾ ਹੀ ਮਿਲ ਸਕਦੀਆਂ ਹਨ। ਤੇ ਆਓ ਅਸੀਂ ਰਲ ਕੇ ਸਿੱਖੀ ਦੇ ਮਾਰਗ ਵੱਲ ਅਗਰਸਰ ਹੋਈਏ। ਉਹਨਾਂ ਦੀ ਇਹ ਵਿਚਾਰ ਸੁਣ ਕੇ ਕਈ ਸਖੀ ਸਰਵਰ ਉਹਨਾਂ ਨੂੰ ਆ ਕੇ ਉਹਨਾਂ ਦੇ ਨਾਲ ਪਾਠ ਵੀ ਕਰਨਾ ਸ਼ੁਰੂ ਕਰ ਲਿਆ ਤੇ ਸਿੱਖੀ ਵੱਲ ਉਹਨਾਂ ਦਾ ਝੁਕਾਵ ਵੀ ਹੋ ਗਿਆ। ਤੇ ਇਹ ਗੁਰੂ ਜੀ ਨੇ, ਭਾਈ ਮਨ ਜੀ ਨੇ ਇੱਕ ਫੈਸਲਾ ਕੀਤਾ ਕਿ ਅਸੀਂ ਇੱਕ ਧਰਮਸਾਲ ਬਣਾਈਏ ਜਿੱਥੇ ਅਸੀਂ ਬੈਠ ਕੇ ਆਪਸ ਵਿੱਚ ਸਿੱਖੀ ਦੀ ਵਿਚਾਰ ਤੇ ਬਾਣੀ ਦਾ ਉਚਾਰਨ ਕਰ ਸਕੀਏ। ਅਜੇ ਇਹ ਧਰਮਸਾਲ ਦੀ ਉਸਾਰੀ ਚੱਲ ਹੀ ਰਹੀ ਸੀ ਕਿ ਸਖੀ ਸਰਵਰ ਦੇ ਕੁਝ ਵੱਡੇ ਰਸੂਖਦਾਰਾਂ ਨੇ ਆ ਕੇ ਭਾਈ ਜੀ ਨੂੰ ਮਨਾ ਕੀਤਾ ਕਿ ਇਹ ਰਸਤਾ ਛੱਡ ਦਿਓ ਤੇ ਉਸੇ ਆਪਣੇ ਸਖੀ ਸਰਵਰ ਵਾਲੇ ਬਿਰਾਦਰੀ ਦੇ ਵਿੱਚ ਚਲੋ, ਨਹੀਂ ਤਾਂ ਬਹੁਤ ਵੱਡੇ ਨੁਕਸਾਨ ਉਠਾਣੇ ਪੈਣਗੇ ਔਰ ਵੱਡੀ ਤਕਲੀਫ 'ਚ ਆ ਜਾਓਗੇ। ਤੇ ਪਰ ਭਾਈ ਮਨ ਜੀ ਨੇ ਨਿਮਰਤਾ ਪਰ ਨਾਲ ਅਟਲ ਹੋ ਕੇ, ਸੰਗਤ ਜੀ ਇੱਥੇ ਧਿਆਨ ਕਰੋ, ਨਿਮਰਤਾ ਦੇ ਨਾਲ ਅਟਲ ਹੋਣਾ, ਇਰਾਦੇ ਵਿੱਚ ਪੱਕਾ ਹੋਣਾ ਉਤਨਾ ਹੀ ਜ਼ਰੂਰੀ ਹੈ। ਉਹਨਾਂ ਨੇ ਜਾ ਕੇ ਇਹੀ ਕਹਿ ਦਿੱਤਾ ਕਿ ਮੇਰਾ ਤਾਂ ਹੁਣ ਇਹੀ ਰਸਤਾ ਹੈ, ਸੋ ਮੈਂ ਤੇ ਜੇ ਹੁਣ ਸਿਰਫ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸਿੱਖੀ ਦਾ ਹੀ ਪਾਲਕ ਹਾਂ ਤੇ ਕੀ ਪਾਣਾ ਵਰਤਿਆ ਕਿ ਹੌਲੀ ਹੌਲੀ ਸਖੀ ਸਰਵਰ ਦੇ ਬੰਦੇ ਹਟਣੇ ਸ਼ੁਰੂ ਹੋ ਗਏ। ਇੱਕ ਦਿਨ ਭਾਈ ਤੀਰਥਾ ਜੀ ਦੇ ਸਾਰੇ ਪਸ਼ੂ ਡੰਗਰ ਰਾਤੋਂ ਰਾਤ ਮਰ ਗਏ। ਕੋਈ ਕਾਰਨ ਨਾ ਪਤਾ ਲੱਗ ਸਕਿਆ ਕਿ ਕੀ ਹੋਇਆ ਹੈ। ਅਗਲੇ ਦਿਨ
ਗੁਆਂਢੀਆਂ ਦੇ ਡੰਗਰ ਵੀ ਇਸੇ ਤਰ੍ਹਾਂ ਮਰਨੇ ਸ਼ੁਰੂ ਹੋ ਗਏ ਤੇ ਸਾਰੇ ਪਿੰਡ ਵਿੱਚ ਇਹ ਧਾਰਨਾ ਫੈਲ ਗਈ ਕਿ ਇਹ ਸਾਰੀ ਕਰੋਪੀ ਸਖੀ ਸਰਵਰ ਦੀ ਨਾ ਸੇਵਾ ਕਰਨ ਕਰਕੇ ਇਹ ਸਾਰੇ ਪਿੰਡ ਤੇ ਆ ਗਈ ਹੈ। ਲੋਕਾਂ ਨੇ ਭਾਈ ਤੀਰਥਾ ਜੀ ਨੂੰ ਛੱਡ ਦਿੱਤਾ, ਉਹਨਾਂ ਨਾਲ ਬੋਲਚਾਲ ਬੰਦ ਕਰ ਦਿੱਤੀ। ਉਹਨਾਂ ਦੀ ਮਾਇਕ ਹਾਲਤ ਦਿਨੋਂ ਦਿਨ ਕਮਜ਼ੋਰ ਹੁੰਦੀ ਗਈ, ਪਰ ਭਾਈ ਮਨ ਜੀ ਨੇ ਸਿਦਕ ਦਾ ਪੱਲਾ ਨਹੀਂ ਛੱਡਿਆ, ਇਰਾਦੇ ਨੂੰ ਪੱਕਾ ਰੱਖਿਆ, ਹਰ ਔਕੜ ਨੂੰ ਗੁਰੂ ਦੀ ਇਮਤਿਹਾਨ ਸਮਝ ਕੇ ਉਹਨੂੰ ਨਿਭਾਇਆ ਔਰ ਉਹਦੇ ਵਿੱਚੋਂ ਹੱਲ ਕੱਢਿਆ। ਤੇ ਭਾਈ ਮਨ ਜੀ ਨੇ ਹੌਲੀ ਹੌਲੀ ਉਸ ਪਿੰਡ ਵਿੱਚੋਂ ਵੀ ਜਾਣ ਦਾ ਮਨ ਬਣਾ ਲਿਆ। ਇੱਕ ਦਿਨ ਜੀ ਇੱਕ ਸਿੰਘ ਆਏ ਤੇ ਆ ਕੇ ਉਹਨਾਂ ਭਾਈ ਮਨ ਜੀ ਦਾ ਪਤਾ ਪੁੱਛ ਕੇ ਤੇ ਉਹਨਾਂ ਨੇ ਕਿਹਾ ਕਿ ਗੁਰੂ ਜੀ ਦਾ ਇੱਕ ਸੁਨੇਹਾ ਤੁਹਾਨੂੰ ਹੈ, ਚਿੱਠੀ ਹੈ। ਤੇ ਇਹ ਸੁਣ ਕੇ ਭਾਈ ਮਨ ਜੀ ਨੂੰ ਚਾਅ ਚੜ ਗਿਆ, ਹੈ ਗੁਰੂ ਅਰਜਨ ਦੇਵ ਮਹਾਰਾਜ ਮੈਨੂੰ ਯਾਦ ਕਰਦੇ ਨੇ, ਅਜੇ ਵੀ ਮੇਰਾ ਧਿਆਨ ਰੱਖ ਰਹੇ ਨੇ। ਤੇ ਮਨ ਵਿੱਚ ਬਹੁਤ ਉਲਾਸ ਆ ਗਿਆ, ਪਰ ਉਹ ਸਿੰਘ ਨੇ ਕਿਹਾ ਕਿ ਹੁਕਮ ਹੈ, ਇਹ ਚਿੱਠੀ ਦੇਣੀ ਤਾਂ ਹੈ ਜੇ 20 ਰੁਪਏ ਭਾਈ ਤੀਰਥਾ ਦੇ ਦੇ। ਇਸ ਵੇਲੇ ਦੀ ਮਾਇਕ ਹਾਲਤ ਵਿੱਚ ਸੇ ਸੰਗਤ ਜੀ, ਇਹ ਥੋੜਾ ਜਿਹਾ ਅੰਦਾਜ਼ਾ ਲਾਈਏ ਸਿੱਖ ਦਾ ਸਿਦਕ ਕਿੱਥੇ ਹੈ, ਮਾਇਆ ਦੀ ਅਣਹੋਂਦ ਕਿੱਥੇ ਹੈ, ਤੇ ਸਿੰਘ ਨੇ ਕਿਵੇਂ ਉਸ ਸਾਗਰ ਤੋਂ ਪਾਰ ਉਤਾਰਾ ਕੀਤਾ ਹੈ। ਸਿੰਘ ਭਾਈ ਤੀਰਥਾ ਜੀ ਨੇ ਆਪਣੇ ਪਤਨੀ ਨਾਲ ਸਲਾਹ ਕੀਤੀ ਵੀ ਅਸੀਂ ਇਹ ਗੁਰੂ ਜੀ ਦਾ ਸੁਨੇਹਾ ਲੈਣਾ ਤਾਂ ਜ਼ਰੂਰ ਹੈ। ਤੇ ਉਹਨਾਂ ਦੀ ਪਤਨੀ ਤੇ ਪਰਿਵਾਰ ਨੇ ਵੀ ਉਹਨਾਂ ਹੀ ਸਹਿਯੋਗ ਦਿੱਤਾ। ਉਹਨੇ ਕਿਹਾ ਮੈਂ ਲੈ ਆਉਣੀ ਆ, ਮੈਂ ਪ੍ਰਬੰਧ ਕਰ ਲੈਣੀ ਆ। ਉਹਨੇ ਆਪਣੇ ਤੇ ਧੀ ਦੇ ਗਹਿਣੇ ਜਾ ਕੇ ਵੇਚ ਕੇ ਤੇ 20 ਰੁਪਏ ਦਾ ਪ੍ਰਬੰਧ ਲਿਆ ਕੇ ਤੇ ਉਹ ਆ ਕੇ ਸਿੰਘ ਨੂੰ ਦਿੱਤਾ ਤੇ ਚਿੱਠੀ ਲੈ ਲਈ। ਇਸੇ ਤਰ੍ਹਾਂ ਕੁਝ ਸਮਾਂ ਬਾਅਦ ਫੇਰ ਇੱਕ ਹੋਰ ਚਿੱਠੀ ਆਈ, ਸੁਨੇਹਾ ਆਇਆ, ਪਰ ਨਾਲ ਸ਼ਰਤ ਫਿਰ ਹੋਈ ਸੀ, ਚਿੱਠੀ ਦੇਣੀ ਤਾਂ ਹੈ ਜੇ 25 ਰੁਪਏ ਭਾਈ ਤੀਰਥਾ ਦੇ ਸਕੇ ਤਾਂ। ਭਾਈ ਤੀਰਥਾ ਜੀ ਦੀ ਅੱਖਾਂ ਵਿੱਚ ਹੰਝੂ ਆ ਗਏ। ਭਾਈ ਤੀਰਥਾ ਜੀ ਨੇ ਕਿਹਾ ਮਹਾਰਾਜ ਤੁਸੀਂ ਜਾਣੀ ਜਾਣੋ, ਤੁਸੀਂ ਇਮਤਿਹਾਨ ਲੈ ਰਹੇ ਹੋ, ਮੈਨੂੰ ਕਹਿੰਦਾ ਮਿਹਰ ਕਰੋ, ਮੈਨੂੰ ਉਦਮ ਦਿਓ, ਮੈਨੂੰ ਹਿੰਮਤ ਦਿਓ, ਮੈਨੂੰ ਤਾਕਤ ਦਿਓ, ਮੈਂ ਤੁਹਾਡੇ ਇਸ ਪਾਏ ਇਮਤਿਹਾਨ ਵਿੱਚ ਪੂਰਾ ਉਤਰ ਸਕਾਂ। ਭਾਈ ਤੀਰਥਾ ਜੀ ਦੀ ਜ਼ਨਾਨੀ ਨੇ, ਇਸਤਰੀ ਨੇ ਜਾ ਕੇ ਜਿਹੜੇ ਨਵੇਂ ਬਣੇ ਪਿੰਡ ਦੇ ਮੁਖੀ ਸਨ ਉਹਨਾਂ ਨੂੰ ਜਾ ਕੇ ਇਹੀ ਕਹੀ ਵੀ ਤੁਸੀਂ ਸਾਡੇ ਵਾਲਾ ਮਕਾਨ ਲੈ ਲਓ ਤੇ ਉਹਦੇ ਵਿੱਚ ਤੁਸੀਂ ਬਦਲੇ ਵਿੱਚ ਸਾਨੂੰ ਕੁਝ ਮਾਇਆ ਦੇ ਦਿਓ ਤਾਂ ਕਿ ਸਾਡਾ ਜੀਵਨ ਨਿਰਵਾਹ ਹੋ ਸਕੇ। ਤੇ ਉਸ ਨਵੇਂ ਮੁਖੀ ਨੇ ਕਿਹਾ ਮੈਂ ਇਹ ਠੀਕ ਹੈ, ਮੈਂ ਮੰਨ ਲੈਣਾ ਵਾਂ, ਪਰ ਮੇਰੀ ਇੱਕ ਨਾਲ ਸ਼ਰਤ ਹੈ ਕਿ ਉਸ ਘਰ ਦੇ ਵਿੱਚ ਭਾਈ ਤੀਰਥਾ ਦੀ ਪਤਨੀ ਬਤੌਰ ਸੇਵਾਦਾਰਨੀ ਮਾਈ ਮੇਡ ਦੇ ਹਿਸਾਬ ਨਾਲ ਕੰਮ ਕਰੇਗੀ ਤਾਂ ਮੈਂ ਉਹ ਲੈ ਸਕਾਂਗਾ। ਭਾਈ ਜੀ ਬੜੇ ਨਿਰਾਸ਼ ਹੋ ਗਏ, ਪਰ ਉਹਨਾਂ ਦੀ ਪਤਨੀ ਨੇ ਫੇਰ ਧੀਰਜ ਬੰਧਾਇਆ, ਕੋਈ ਦਿੱਕਤ ਨਹੀਂ, ਕੋਈ ਨਹੀਂ, ਤੁਸੀਂ ਗੁਰੂ ਜੀ ਦੀ ਸਨੇਹੇ ਨੂੰ, ਹੁਕਮ ਨੂੰ ਮੰਨੋ। ਦੂਸਰੇ ਦਿਨ ਸਵੇਰੇ ਭਾਈ ਮਨ ਜੀ ਦੀ ਪਤਨੀ ਨੇ ਆਪਣਾ ਸਮਾਨ ਸੰਭਾਲ ਕੇ ਉਸ ਪ੍ਰਧਾਨ ਦੇ ਘਰ ਜਾ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਭਾਈ ਜੀ ਵੀ ਨੇ ਉਸ ਪਿੰਡ ਨੂੰ ਛੱਡਣ ਲਈ ਦੂਜੇ ਪਿੰਡ ਜਾ ਕੇ ਆਪਣਾ ਗੁਜ਼ਾਰਾ ਕਰਨ ਲਈ ਘਾਹ ਵੇਚਣ ਦਾ ਕੰਮ ਸ਼ੁਰੂ ਕਰ ਲਿਆ ਤੇ ਘਾਹ ਵੇਚ ਕੇ ਘਰ ਦਾ ਗੁਜ਼ਾਰਾ ਕਰਨ ਲੱਗ ਪਏ। ਸੰਗਤ ਜੀ ਥੋੜਾ ਅੰਦਾਜ਼ਾ ਲਗਾਓ, ਇੱਕ ਰਸੂਖਦਾਰ, ਅਮੀਰ, ਤਨਾਟ, ਸ਼ਾਹੂਕਾਰ, ਰੁਤਬੇ ਵਾਲਾ, ਜਿਹਦੇ ਪਿੱਛੇ ਸੈਂਕੜੇ ਦੇ ਨੰਬਰਾਂ ਵਿੱਚ ਅਨੁਯਾਈ ਹਨ, ਉਹ ਹੁਣ
ਨਾਮ ਦੀ ਖੁਮਾਰੀ ਵਿੱਚ, ਗੁਰੂ ਦੇ ਪਿਆਰ ਵਿੱਚ ਇਤਨਾ ਗਨ ਖੁੱਭ ਗਿਆ ਕਿ ਉਹਨੂੰ ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਰਹੀ। ਘਾਹ ਵੇਚਣਾ ਤੇ ਘਰ ਦਾ ਗੁਜ਼ਾਰਾ ਕਰਨਾ। ਉਹ ਜਿਹੜੀ ਦੂਸਰੀ ਚਿੱਠੀ ਆਈ ਸੀ ਉਹਦੇ ਵਿੱਚ ਗੁਰੂ ਜੀ ਨੇ ਕਿਹਾ, ਭਾਈ ਮੰਝ ਤੁਸੀਂ ਅੰਮ੍ਰਿਤਸਰ ਆ ਜਾਓ, ਤੁਹਾਡੀ ਸੇਵਾ ਦੀ ਲੋੜ ਹੈ। ਬੜਾ ਚਾਅ ਦੇ ਵਿੱਚ ਕਿਹਾ, ਮੈਨੂੰ ਗੁਰੂ ਜੀ ਨੇ ਬੁਲਾ ਲਿਆ ਹੈ, ਗੁਰੂ ਜੀ ਨੇ ਮੈਨੂੰ ਯਾਦ ਰੱਖਿਆ ਹੈ, ਗੁਰੂ ਜੀ ਨੇ ਮੇਰੇ ਜ਼ਿੰਮੇ ਸੇਵਾ ਲਾਈ ਹੈ। ਤੇ ਬੇਬਲ ਹੋ ਸਿਮਰਨ ਕਰਦੇ ਭਾਈ ਤੀਰਥਾ ਜੀ ਗੁਰੂ ਜੀ ਦੇ ਦਰਬਾਰ 'ਚ ਜਾ ਪਹੁੰਚੇ ਤੇ ਗੁਰੂ ਜੀ ਨੇ ਹੁਕਮ ਲਾਇਆ, ਭਾਈ ਤੀਰਥਾ ਤੁਸੀਂ ਲੰਗਰ ਦੀ ਸੇਵਾ ਸੰਭਾਲੋ। ਹੌਲੀ ਹੌਲੀ ਉਹਨਾਂ ਨੂੰ, ਬਾਕੀ ਸੰਗਤ ਦੇ ਬੰਦਿਆਂ ਨੂੰ ਪਤਾ ਸੀ ਕਿ ਇਹ ਮੰਝ ਬਰਾਦਰੀ ਤੋਂ ਹਨ, ਤੇ ਉਹਨਾਂ ਨੇ ਭਾਈ ਮੰਝ ਦੇ ਨਾਮ ਨਾਲ ਬੁਲਾਉਣਾ ਸ਼ੁਰੂ ਕਰ ਲਿਆ। ਭਾਈ ਮੰਝ ਜੀ ਨੇ ਲੰਗਰ ਦੀ ਸੇਵਾ ਵਿੱਚ ਬਰਤਨ ਮਾਂਜਣੇ, ਸਫਾਈ ਕਰਨੀ, ਆਏ ਗਏ ਸੰਗਤ ਦੀ ਸੇਵਾ ਕਰਨੀ ਤੇ ਉਹਨਾਂ ਦੇ ਲੰਗਰ ਲਈ ਲੱਕੜਾਂ ਲਿਆਉਣੀਆਂ। ਇਹ ਕਈ ਸਾਰੇ ਦਿਨ ਇਹ ਕਾਰੋਬਾਰ, ਇਹ ਪ੍ਰੋਗਰਾਮ ਇਸੇ ਤਰ੍ਹਾਂ ਚੱਲਦਾ ਰਿਹਾ। ਗੁਰੂ ਜੀ ਨੂੰ ਸਾਰੀ ਖਬਰ ਪਹੁੰਚਦੀ ਹੀ ਰਹੀ। ਇੱਕ ਦਿਨ ਗੁਰੂ ਜੀ ਨੇ ਆ ਕੇ ਭਾਈ ਮੰਝ ਨੂੰ ਪੁੱਛਿਆ, ਭਾਈ ਮੰਝ ਜੀ ਤੁਸੀਂ ਲੰਗਰ ਕਿੱਥੋਂ ਛਕਦੇ ਹੋ? ਸਾਰੀ ਸੰਗਤ ਇੱਕਦਮ ਹੈਰਾਨ ਹੋ ਗਈ ਕਿ ਗੁਰੂ ਜੀ ਨੇ ਕੀ ਸਵਾਲ ਕੀਤਾ ਹੈ। ਭਾਈ ਮੰਝ ਜੀ ਨੇ ਨਿਮਰਤਾ ਸਹਿਤ ਹੱਥ ਜੋੜ ਕੇ ਕਿਹਾ, ਸੱਚੇ ਪਾਤਸ਼ਾਹ ਇੱਥੇ ਲੰਗਰ ਵਿੱਚੋਂ ਹੀ ਛਕ ਲੈਣਾ ਹਾਂ। ਤਾਂ ਗੁਰੂ ਜੀ ਨੇ ਇੱਕ ਨਵਾਂ ਕੌਤਕ ਵਰਤਾਇਆ। ਕਹਿਣ ਲੱਗੇ, ਭਾਈ ਮੰਝ ਇਹ ਤਾਂ ਫਿਰ ਕੋਈ ਸੇਵਾ ਨਾ ਹੋਈ ਨਾ। ਸੇਵਾ ਕੀਤੀ, ਮਜ਼ਦੂਰੀ ਵਿੱਚ ਲੰਗਰ ਛਕ ਲਿਆ, ਇਹ ਮਜ਼ਦੂਰੀ ਹੈ, ਸੇਵਾ ਨਹੀਂ ਹੈ। ਦੁਨਿਆਵੀ ਬੰਦੇ ਦੇ ਦਿਮਾਗ ਵਿੱਚ ਇਸ ਤਰ੍ਹਾਂ ਦੀ ਗੱਲ ਸੁਣ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਸਕਦੇ ਹਨ, ਪਰ ਭਾਈ ਮੰਝ ਜੀ ਨੇ ਉਸੇ ਵੇਲੇ ਗੁਰੂ ਚਰਨਾਂ ਦੇ ਉੱਤੇ ਮੱਥਾ ਟੇਕ ਕੇ ਕਿਹਾ, ਠੀਕ ਹੈ ਗੁਰੂ ਜੀ, ਤੁਸੀਂ ਮੈਨੂੰ ਸੇਵਾ ਦੇ ਅਰਥ ਸਮਝਾਏ ਹਨ, ਮੈਂ ਅੱਜ ਤੋਂ ਲੰਗਰ ਵਿੱਚ ਭੋਜਨ ਨਹੀਂ ਛਕਾਂਗਾ। ਫਿਰ ਇਸੇ ਤਰ੍ਹਾਂ ਦੂਸਰੇ ਵਾਰੀ ਗੁਰੂ ਜੀ ਨੇ ਫਿਰ ਇੱਕ ਇਮਤਿਹਾਨ ਹੋਰ ਪਾਇਆ ਕਿ ਭਾਈ ਮੰਝ ਜੀ ਹੁਣ ਕੀ ਛਕ ਰਹੇ ਹੋ? ਉਹਨਾਂ ਕਿਹਾ, ਜੀ ਸੰਗਤ ਦੇ ਝੂਠੇ ਪੱਤਲ ਬਾਹਰ ਜਿਹੜੇ ਡਿੱਗਦੇ ਹਨ ਤੇ ਉਹਨਾਂ ਦੇ ਨਾਲ ਜਿਹੜਾ ਭੋਜਨ ਲੱਗਾ ਹੁੰਦਾ ਹੈ ਉਹ ਛਕ ਕੇ ਗੁਜ਼ਾਰਾ ਕਰ ਲੈਂਦੇ ਆ। ਗੁਰੂ ਜੀ ਦੀ ਕਰੜੀ ਇਮਤਿਹਾਨ ਦੀ ਹੱਦ ਦੇਖੋ। ਉਹਨਾਂ ਨੇ ਕਿਹਾ, ਉਹ ਭੋਜਨ ਤਾਂ ਪਸ਼ੂ ਪੰਛੀਆਂ ਲਈ ਹੈ, ਤੁਸੀਂ ਉਹਨਾਂ ਦਾ ਭੋਜਨ ਕਿਵੇਂ ਲੈ ਸਕਦੇ ਹੋ? ਭਾਈ ਮੰਝ ਜੀ ਨੂੰ ਇਸ ਗੱਲ ਦੇ ਵਿੱਚ ਵੀ ਗੁਰੂ ਦਾ ਹੁਕਮ ਹੀ ਸਿਰਫ ਨਜ਼ਰ ਆਇਆ। ਰਜ਼ਾ ਵਿੱਚ ਰਹਿਣ ਦੀ ਜਾਂਚ ਹੀ ਸਿਰਫ ਖਾਈ, ਉਹਨਾਂ ਨੇ ਉਹ ਵੀ ਛਕਣਾ ਛੱਡ ਦਿੱਤਾ। ਅਗਲੇ ਦਿਨ ਤੋਂ ਲੱਕੜ ਲਿਆਉਣ ਵੇਲੇ 2 ਮੁੱਠੇ ਲੱਕੜ ਦੇ ਲਿਆਉਣੇ। ਪਹਿਲਾ ਮੁੱਠਾ ਗੁਰੂ ਕੇ ਲੰਗਰ ਵਿੱਚ ਦੇਣਾ, ਦੂਸਰਾ ਮੁੱਠਾ ਬਾਜ਼ਾਰ ਜਾ ਕੇ ਵੇਚ ਕੇ ਆਪਣੇ ਭੋਜਨ ਦਾ ਪ੍ਰਬੰਧ ਕਰਨਾ, ਤੇ ਜਿਹੜੇ ਪੈਸੇ ਬਚ ਜਾਣੇ ਉਹ ਗੁਰੂ ਕੀ ਗੋਲਕ ਦੇ ਵਿੱਚ ਪਾ ਦੇਣੇ। ਸੰਗਤ ਜੀ, ਹਰ ਥਾਂ ਤੇ ਧਿਆਨ ਦੇਣਾ, ਗੁਰੂ ਜੀ ਕਿਸ ਤਰ੍ਹਾਂ ਦੇ ਇਮਤਿਹਾਨ ਲੈਂਦੇ ਹਨ ਤੇ ਸਿੱਖੀ ਸਿਦਕ ਵਾਲੇ ਸ਼ਰਧਾਲੂ ਕਿੱਥੇ ਤੱਕ ਪਹੁੰਚ ਜਾਂਦੇ ਹਨ। ਸੋ ਅਗਲਾ ਵਾਕਿਆ ਇਹ ਆਇਆ ਵੀ ਇੱਕ ਵਾਰੀ ਸ਼ਾਮ ਨੂੰ ਭਾਈ ਮੰਝ ਜੀ ਲੱਕੜ ਲੈਣ ਲਈ ਜੰਗਲ ਗਏ। ਲੱਕੜ ਉਹਨਾਂ ਨੇ ਬੰਨ੍ਹ ਕੇ ਸਿਰ ਤੇ ਰੱਖੀ ਤੇ ਉਸੇ ਸਮੇਂ ਬਹੁਤ ਹਨੇਰੀ, ਤੂਫਾਨ, ਮੀਂਹ ਇੰਨੇ ਜ਼ੋਰ ਦਾ ਆਇਆ ਕਿ ਭਾਈ ਮੰਝ ਜੀ ਰਸਤਾ ਭੁੱਲ ਗਏ, ਥਿੜਕ ਗਏ। ਹਨੇਰੀ ਦੇ ਵਿੱਚ ਕੁਝ ਦਿਖਿਆ ਨਾ ਤੇ ਉਹ ਧੀਰੇ ਧੀਰੇ ਹੌਲੀ ਹੌਲੀ ਆਂਦੇ ਇੱਕ ਖੂਹ ਵਿੱਚ ਡਿੱਗ ਪਏ। ਭਾਈ ਮੰਝ ਜੀ ਖੂਹ ਵਿੱਚ ਡਿੱਗੇ ਸੀ। ਉਹਨਾਂ ਦੇ ਪੈਰ ਖੂਹ ਦੇ ਤਹਿ ਨਾਲ ਲੱਗ ਗਏ। ਲੱਕੜਾਂ ਵਾਲਾ ਗੱਠਾ ਉਹਨਾਂ ਨੇ ਸਿਰ ਤੇ ਰੱਖਿਆ ਤੇ ਬਾਣੀ ਦਾ ਪਾਠ ਸਿਮਰਨ ਸ਼ੁਰੂ ਕਰ ਲਿਆ। ਰਾਤ ਇਸੇ ਤਰ੍ਹਾਂ ਲੰਘ ਗਈ। ਸਵੇਰੇ ਸਿੰਘਾਂ ਨੇ ਜਦੋਂ ਭਾਈ ਮੰਝ ਦੀ ਭਾਲ ਸ਼ੁਰੂ ਕੀਤੀ ਤੇ
ਪਤਾ ਲੱਗਾ ਕਿ ਭਾਈ ਮੰਝ ਤਾਂ ਰਾਤ ਦੇ ਆਏ ਹੀ ਨਹੀਂ ਹਨ, ਤੇ ਇਹਨੇ ਨੂੰ ਸੁਨੇਹਾ ਆ ਗਿਆ ਕਿ ਭਾਈ ਮੰਝ ਜੀ ਖੂਹ ਵਿੱਚ ਡਿੱਗੇ ਹੋਏ ਹਨ। ਸੋ ਸਾਰਿਆਂ ਨੇ ਦੌੜਨ ਤੇ ਸਿੰਘ ਵੱਲ ਜਾਣ ਦੀ ਕੋਸ਼ਿਸ਼ ਕੀਤੀ, ਪਰ ਦੇਖੋ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ, ਉਹਨਾਂ ਨੇ ਨੰਗੇ ਪੈਰੀ ਦੌੜ ਕੇ ਤੇ ਉਸ ਖੂਹ ਵੱਲ ਚਲੇ ਗਏ। ਤੇ ਸੰਗਤਾਂ ਨੇ ਕਿਹਾ ਸਤਿਗੁਰ ਜੀ ਜੋੜਾ ਤਾਂ ਪਾ ਲਓ। ਤੇ ਉਹਨਾਂ ਨੇ ਕਿਹਾ ਮੇਰੇ ਸਿੱਖ ਨੂੰ ਇਸ ਵੇਲੇ ਮੇਰੀ ਲੋੜ ਹੈ। ਜਦੋਂ ਉਹ ਪਹੁੰਚੇ ਤੇ ਇੱਕ ਸੇਵਾਦਾਰ ਨੇ ਕਿਹਾ ਕਿ ਭਾਈ ਮੰਝ ਜੀ ਇੱਕ ਰੱਸੀ ਲਟਕਾ ਰਹੇ ਆ, ਇਹ ਰੱਸੀ ਨੂੰ ਪਕੜ ਕੇ ਤੇ ਤੁਸੀਂ ਬਾਹਰ ਆ ਜਾਓ। ਤਾਂ ਭਾਈ ਮੰਝ ਨੇ ਉੱਥੋਂ ਹੀ ਜਵਾਬ ਦਿੱਤਾ, ਪਹਿਲੇ ਗੁਰੂ ਘਰ ਦੀਆਂ ਲੱਕੜਾਂ ਪਹਿਲੇ ਬਾਹਰ ਕੱਢੋ, ਇਹ ਗਿੱਲੀਆਂ ਹੋ ਜਾਣਗੀਆਂ। ਮੈਂ ਸਿਰ ਤੇ ਰੱਖੀਆਂ ਹੋਈਆਂ ਨੇ ਸੁੱਕੀਆਂ ਲੱਕੜਾਂ, ਲੰਗਰ ਦੇ ਵਿੱਚ ਪਹੁੰਚਾਉਣਾ ਮੇਰੀ ਜ਼ਿੰਮੇਵਾਰੀ ਹੈ, ਡਿਊਟੀ ਹੈ, ਸੇਵਾ ਹੈ। ਗੁਰੂ ਨੇ ਰਹਿਮਤ ਕਰਕੇ ਮੈਨੂੰ ਇਹ ਸੇਵਾ ਦਿੱਤੀ ਹੈ। ਸੋ ਉਸੇ ਤਰ੍ਹਾਂ ਹੀ ਹੋਇਆ, ਪਹਿਲੇ ਲੱਕੜਾਂ ਬਾਹਰ ਕੱਢੀਆਂ ਗਈਆਂ, ਫਿਰ ਭਾਈ ਮੰਝ ਜੀ ਬਾਹਰ ਆਏ ਤਾਂ ਦੇਖਿਆ ਕਿ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਆਪ ਖੜੇ ਹਨ। ਆ ਗਿਆ, ਉਹਨਾਂ ਦੇ ਚਰਨਾਂ ਤੇ ਸੀਸ ਨਵਾ ਲਿਆ ਤੇ ਹੰਝੂਆਂ ਨਾਲ ਧੋ ਦਿੱਤਾ। ਤੇ ਫਿਰ ਸਤਿਗੁਰ ਸੱਚੇ ਪਾਤਸ਼ਾਹ ਨੇ ਪਿਆਰ ਵਿੱਚ ਆ ਕੇ ਤੇ ਭਾਈ ਮੰਝ ਨੂੰ ਜੱਫੀ ਪਾ ਲਈ ਤੇ ਪਾ ਕੇ ਕਿਹਾ, ਸਿੰਘਾ ਸਿੱਖਾ ਤੂੰ ਆਪਣੇ ਇਮਤਿਹਾਨ 'ਚ ਪਾਸ ਹੋਇਆ, ਤੇਰਾ ਸਿੱਖੀ ਸਿਦਕ ਤੈਨੂੰ ਇੱਥੇ ਤੱਕ ਲੈ ਆਇਆ। ਮੰਝ ਪਿਆਰਾ ਗੁਰੂ ਕੋ गुरु मंझ प्यारा, मंझ गुरु का बोए था जाग लंघन हारा। ते गुरु जी ने भाई मंझ नूं छाती नाल ना सीने नाल ना तृप्त कर दिता। क्या सिंगा तेरी भगती परवान, तेरी सेवा परवान, तेरा सिदक परवान, तेरा इरादा परवान, तेरा निश्चय परवान, मंग की चाहता है। तो भाई मंझ ने क्या महाराज कोई चीज़ नहीं चाहिए, कुछ नहीं चाहिए। उन्हें क्या नहीं मंग की चाहिए है, सतगुर सब कुछ तुहाडा दिता होया, किसी चीज़ की लोड़ नहीं। गुरु जी दे दोबारा मजबूर करन ते भाई मंग जी ने मंगिया कि सतगुर सच्चे पातशाह मंगन दी तांग ही मुक जाए, अंदरों मंगन दी भावना ही खत्म कर दो। 2 नंबर ते फिर भाई मंझ जी ने मंगिया कि सतगुर सच्चे पातशाह अखीरले श्वास तक ये साथ इसे तरह बनया रवे, मेरी अखीरले श्वास तुहाडे चरनां दे विच ते खत्म होण। तीजी मंग उन्होंने मंगी कि सेवा ते सिमरन वाली ये ड्यूटी मेरे कोलों कदी भी ना खोई जाए, जिन्ना चिर मेरे नैन प्राण हथ पैर चलते हैं, ये सेवा मैनू इसे तरह मिली रहे। संगत जी देखो, मंगिया सब कुछ अपने वास्ते की मंगिया, गुरु जी ने कहा कुछ अपने वास्ते मंग। भाई मंझ तू इतनी सेवा की है, कुछ अपने वास्ते मंगते। फिर भाई मंझ ने अखीर हाथ जोड़ के कहा, सतगुर कलयुग दा पैरा बहुत भयानक है, जे त्रुठे हो तो अपने किसी सिख दा इन्ना करड़ा इम्तिहान ना लेना। पता नहीं किस वेले किस सिख दी सिक्खी तो थिड़क जावे ते उन्हों गुरु तो मूँह मोड़ना पै जावे। सो गुरु जी ने उन्हें जदों भी वो चौथा भी जदों मंगया तो साडे वास्ते मंगया, साडी वास्ते सेध है, साडे वास्ते एक हुक्म है कि असी सेवा सिमरन दे नाल अपनियां इच्छावां नूं घटा के लोक सेवा लई जिहड़ा हर वेले तत्पर रहना है। हुण संगत जी साखी जिहड़ी हैगी है ये बहुत लंबेरी अजे है, इहदे विच
ਫਿਰ ਭਾਈ ਮਨ ਜੀ ਨੂੰ ਉਹਨਾਂ ਨੇ ਗੁਰੂ ਜੀ ਨੇ ਵਾਪਸ ਉਹਨਾਂ ਦੇ ਪਿੰਡ ਭੇਜ ਦਿੱਤਾ ਤੇ ਪਿੰਡ ਪਹੁੰਚੇ ਤੇ ਉਹਨਾਂ ਨੇ ਦੇਖਿਆ ਕਿ ਸਭ ਕੁਝ ਅੱਗੇ ਦੀ ਹੀ ਤਰ੍ਹਾਂ ਹੀ ਉਸੇ ਤਰ੍ਹਾਂ ਲਹਿਰ ਬਹਿਰ ਹੋ ਗਈ ਹੈ। ਉਹ ਘਰ ਉਸੇ ਤਰ੍ਹਾਂ ਉਹਨਾਂ ਦੇ ਪਤਨੀ ਦੇ ਕੋਲ ਹੈ। ਉਹਨਾਂ ਦੇ ਪਿਆਰ ਸਦਕਾ ਉਸ ਨਵੇਂ ਪ੍ਰਧਾਨ ਨੇ ਉਹਨਾਂ ਨੂੰ ਆਪਣੀ ਭੈਣ ਬਣਾ ਲਿਆ ਤੇ ਆਪਣੇ ਬੱਚੇ ਨੂੰ ਪਾਲਣ ਦੀ ਜ਼ਿੰਮੇਵਾਰੀ ਦੇ ਦਿੱਤੀ ਤੇ ਭਾਈ ਮਨ ਜੀ ਨੇ ਪ੍ਰਚਾਰ ਸ਼ੁਰੂ ਕਰ ਦਿੱਤਾ ਔਰ ਦੁਆਬਾ ਰੀਜਨ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹਨਾਂ ਨੂੰ ਵੱਡਾ ਪ੍ਰਚਾਰਕ ਥਾਪਿਆ ਔਰ ਉਹਨਾਂ ਨੇ ਬਹੁਤ ਵੱਡਾ ਪ੍ਰਚਾਰ ਦਾ ਇੱਕ ਸਿਲਸਿਲਾ ਚਲਾਇਆ। ਅਜੇ ਵੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਭਾਈ ਮੰਝ ਜੀ ਦੇ ਨਾਂ ਤੇ ਇੱਕ ਗੁਰਦੁਆਰਾ ਹੈ, ਗੱਦੀ ਭਾਈ ਮੰਝ ਜੀ ਗੁਰਦੁਆਰਾ, ਪਿੰਡ ਕੰਗ, ਮਾਈ ਕੰਗ। ਸੋ ਸੰਗਤ ਜੀ ਇੰਨੀ ਕੁ ਬੇਨਤੀ ਪ੍ਰਵਾਨ ਕਰਨਾ, ਇਸ ਸਾਰੇ ਉਦਮ ਉਪਰਾਲੇ ਦੇ ਵਿੱਚੋਂ ਇਹੀ ਹੈ ਕਿ ਗੁਰੂ ਜੀ ਦੀਆਂ ਦਿੱਤੀਆਂ ਸਿੱਖਿਆਵਾਂ ਜਿਸ ਨੂੰ ਭਾਈ ਮੰਝ ਨੇ ਇਤਨੇ ਪਿਆਰ, ਯਤਨ, ਮਿਹਨਤ ਨਾਲ ਕਮਾਇਆ, ਉਹਦਾ ਇੱਕ ਕਿਣਕਾ ਅਸੀਂ ਵੀ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਕਿਤੇ ਪਾ ਕੇ ਤੇ ਗੁਰੂ ਦੀ ਗੱਲ ਸੁਣ ਕੇ, ਮੰਨ ਕੇ, ਮਨ ਵਿੱਚ ਵਸਾ ਕੇ, ਆਪਣੇ ਜੀਵਨ ਦੇ ਵਿੱਚ ਉਹਨੂੰ ਲਾਗੂ ਕਰਕੇ ਗੁਰੂ ਦੇ ਘਰ ਉਜਲ ਮੁਖ ਪਹੁੰਚ ਸਕੀਏ। ਸੋ ਇੰਨੀ ਬੇਨਤੀ ਪ੍ਰਵਾਨ ਕਰਨੀ। ਇਹ ਕੋਈ ਸਿੱਖਿਆ ਤੁਹਾਡੇ ਵਾਸਤੇ ਨਹੀਂ ਹੈ, ਮੈਂ ਵੀ ਇੱਕ ਤੁਹਾਡੇ ਵਰਗਾ ਨਿਮਾਣਾ ਸਿੱਖ ਹੀ ਹਾਂ। ਸੋ ਆਓ ਸਾਰੇ ਰਲ ਕੇ ਸੰਗਤੀ ਅਰਦਾਸ ਵਿੱਚ ਆਪਣੇ ਸਾਰੀ ਸੰਗਤ ਲਈ, ਸਿੱਖ ਸਮਾਜ ਲਈ ਇੱਕ ਨਰੋਏ ਸਮਾਜ ਬਣਾਉਣ ਲਈ ਯਤਨਸ਼ੀਲ ਹੋਈਏ। ਨਾਮ ਸਿਮਰਨ ਦਾ ਅਭਿਆਸ ਜਾਰੀ ਰੱਖੀਏ। ਫਿਰ ਫਤਿਹ ਦੀ ਸਾਂਝ ਕਰੋ, ਗੱਜ ਵੱਜ ਕੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।